अस्सलाम वालेकुम। उम्मीद करता हूँ सारे बड़ा खैरियत नाल होवोगे। मेरी गल उत्ते हो गई। इन्ना मतलब तो तुहानूं सारियां स्लोगन का पता चल गया होगा, लेकिन अज शाहकोट के हवाले नाल एक स्लोगन मैं नवा लैके आ रहा वहाँ। वो ये है कि साडी गल थल्ले भी हो गई। थल्ले गल इस तरह हुई, साबक मशीर वज़ीर पंजाब अलहाज राणा मोहम्मद अरशद ਜਿਹੜੇ ਡਿਸਟ੍ਰਿਕਟ ਸਦਰ ਵੀ ਮੁਸਲਿਮ ਲੀਗ ਨੂਨ ਦੇ ਨੇ, ਅੱਜ ਆਪਣੇ ਲਾਓ ਲਸ਼ਕਰ ਦੇ ਨਾਲ ਉਹ ਮਿਊਨਿਸਪਲ ਕਮੇਟੀ ਦੇ ਵਿੱਚ ਤਸ਼ਰੀਫ ਲੈ ਕੇ ਆਏ। ਉਹਨਾਂ ਨੂੰ ਜਿਹੜੇ ਚੀਫ ਅਫੀਸਰ ਸਾਹਿਬ ਜਿਹੜੇ ਨਾਇਬ ਤਾਇਨਾਤ ਹੋਣ ਵਾਲੇ ਸੀ, ਉਹਨਾਂ ਨੇ ਵੀ ਤੇ ਪੂਰੀ ਮਿਊਨਿਸਪਲ ਕਮੇਟੀ ਨੇ ਵੀ ਬੜਾ ਸ਼ਾਨ ਨਾਲ ਉਹਨਾਂ ਦੇ ਪ੍ਰੋਟੋਕੋਲ ਦੇ ਕੇ ਉਹਨਾਂ ਦਾ ਇਸਤਕਬਾਲ ਕੀਤਾ। ਉਹਨਾਂ ਨੇ ਕਿਸ ਤਰੀਕੇ ਉਹਨਾਂ ਨੇ ਕਿਸ ਬੁਨਿਆਦ 'ਤੇ ਉਹਨਾਂ ਦਾ ਇਸਤਕਬਾਲ ਕੀਤਾ। ਨਿਗਰਾਨ ਹਕੂਮਤ ਤੇ ਰਾਣਾ ਮੁਹੰਮਦ ਅਰਸ਼ਦ ਨੂੰ ਐਸੇ ਕਿ ਉਹਨਾਂ ਨੂੰ ਬਲਾਈਜ ਕਰਨ ਦੀ ਕਿਉਂ ਜ਼ਰੂਰਤ ਪੇਸ਼ ਆਈ। ਇਹ ਤੇ ਜਿਹੜਾ ਮਿਊਨਿਸਪਲ ਕਮੇਟੀ ਦਾ ਜਿਹੜਾ ਨया ਤਾਇਨਾਤ ਹੋਣ ਵਾਲਾ ਚੀਫ ਅਫੀਸਰ ਹੈ, ਉਹਨੇ ਅੱਜ ਹੀ ਆਪਣੀ ਜਿਹੜਾ ਆਪਣਾ ਜਿਹੜਾ ਤਰੀਕਾਕਾਰ ਹੈ ਆਉਣ ਵਾਲੀ ਅੱਗੇ ਆਉਣ ਵਾਲਾ ਉਹਨੇ ਚੱਲਣ ਦਾ ਇਸ਼ਾਰਾ ਦੇ ਛੱਡਿਆ ਕਿ ਮੈਂ ਕਿਸ ਤਰ੍ਹਾਂ ਚੱਲਣਾ। ਉਸ ਤੋਂ ਬਾਅਦ ਇਸ ਤਰ੍ਹਾਂ ਹੋਇਆ ਕਿ ਤੁਸੀਂ ਐਡਮਿਨਿਸਟ੍ਰੇਟਰ ਦੀ ਜਿਹੜੀ ਵੀ ਐਗਜ਼ੈਕਟਿਵ ਚੇਅਰ ਹੋਵੇ ਉਹਦੇ ਤੇ ਜਿਹੜਾ ਬੰਦਾ ਡਿਜ਼ਰਵ ਕਰਦਾ, ਜਿਹੜਾ ਬੰਦੇ ਦੀ ਚੇਅਰ ਹੋਵੇ ਉਹਨੇ ਬੈਠਣਾ। ਲੇਕਿਨ ਬਦਕਿਸਮਤੀ ਦੇ ਨਾਲ ਅੱਜ ਹੋਇਆ, ਉਹਨਾਂ ਦੇ ਗੁਲਦਸਤੇ ਵੀ ਚੀਫ ਅਫੀਸਰ ਨੇ ਉਹਨੂੰ ਪੇਸ਼ ਕੀਤੇ। ਉਹ ਭਾਈ ਰਾਣਾ ਮੁਹੰਮਦ ਅਰਸ਼ਦ MP ਨਹੀਂ ਹੋਇਆ, ਮਸ਼ੀਰ ਨਹੀਂ ਹੋਇਆ, ਵਜ਼ੀਰ ਨਹੀਂ ਹੋਇਆ, ਕੁਛ ਵੀ ਨਹੀਂ ਜੇ। ਤੇ ਜੀ ਅਗਰ ਇਹ ਸਹੂਲਤਾਂ ਸਾਰੇ ਵਾਸਤੇ ਹੀ ਨੇ ਤੇ ਜਿਹੜੀ ਫਵਾਹ ਜਿਹੜੀ ਗਰਦਸ਼ਆਮ 'ਚ ਗਰਾਸ ਰੂਟ ਤੇ ਗੱਲ ਪਲਾਈ ਜਾ ਰਹੀ ਹੈ ਕਿ ਇਲੈਕਸ਼ਨ ਹੀ ਸਿਲੈਕਸ਼ਨ ਹੋ ਰਿਹਾ ਹੈ, ਤੇ ਮੇਰਾ ਖਿਆਲ ਇਸ ਗੱਲ ਨੂੰ ਤਕਵੀਅਤ ਦਿੱਤੀ ਜਾ ਰਹੀ ਹੈ ਕਿ ਇਲੈਕਸ਼ਨ ਹੀ ਸਿਲੈਕਸ਼ਨ ਹੋ ਰਹੀ ਹੈ। ਤੇ ਮੈਂ ਜਿਹਦੇ ਇਸ ਵਕੂਏ ਦੀ ਭਰਪੂਰ ਮਜ਼ੰਮਤ ਕਰਦਾ ਵਾਂ ਕਿ ਰਾਣਾ ਮੁਹੰਮਦ ਅਰਸ਼ਦ ਨੇ ਜਿਹੜਾ ਮਿਊਨਿਸਪਲ ਕਮੇਟੀ ਦੀ ਉਸ ਚੇਅਰ ਐਗਜ਼ੈਕਟਿਵ ਚੇਅਰ ਦਾ ਇਸਤੇਮਾਲ ਕਰਕੇ, ਤੇ ਮੈਂ ਇਹ ਨਾਲੇ ਵੀ ਗੱਲ ਕਹਿਣਾ ਵਾਂ ਕਿ CEO ਦੇ ਜਿਹੜੇ ਇਖਤਿਆਰਾਤ ਉਹ ਸਾਰੇ ਸਰੈਂਡਰ ਕਰਕੇ ਉਹਨੇ ਰਾਣਾ ਮੁਹੰਮਦ ਅਰਸ਼ਦ ਦੀ ਝੋਲੀ 'ਚ ਪਾ ਦਿੱਤੇ। ਤੇ AC ਜਿਹੜਾ ਜ਼ੁਹੇਬ ਸ਼ਫੀ ਸਾਹਿਬ ਨੇ, ਉਹਨਾਂ ਨੂੰ ਵੀ ਇਹਦੇ ਉੱਤੇ ਰੱਦੇ-ਅਮਲ ਆਪਣਾ ਜ਼ਰੂਰ ਦੇਣਾ ਚਾਹੀਦਾ ਹੈ ਤੇ CEO ਨੂੰ ਵੀ ਜ਼ਰੂਰ ਦੇਣਾ ਚਾਹੀਦਾ ਹੈ। ਮੇਰਾ ਖਿਆਲ ਇਸ ਤਰ੍ਹਾਂ ਦਾ ਜਿਹੜਾ ਕੋਈ ਅੰਧੇਰ ਨਗਰੀ ਚੌਪਟ ਰਾਜ ਨਹੀਂ ਚੱਲਣਾ ਚਾਹੀਦਾ। ਇਲੈਕਸ਼ਨ ਜਿਹੜਾ ਵਾ ਉਹ ਇਲੈਕਸ਼ਨ ਜਿਹੜਾ ਮੈਦਾਨ ਦੇ ਵਿੱਚ ਲੜਨਾ ਜੇ, ਅਦਾਰਿਆਂ ਦੇ ਸਹਾਰੇ ਲੈ ਕੇ ਇਲੈਕਸ਼ਨ ਨਹੀਂ ਲੜਨਾ। ਅਗਰ ਅਦਾਰਿਆਂ ਦੀ ਸਹਾਰਿਆਂ ਦੀ ਤੁਹਾਨੂੰ ਜ਼ਰੂਰਤ ਪੈ ਗਈ ਹੈ ਫਿਰ ਜਾਂ ਤਾਂ ਆਪਣੀ ਨਾਕਾਮੀ ਨੂੰ ਮੰਨ ਲਓ ਜਾਂ ਫਿਰ ਸਿਲੈਕਸ਼ਨ ਦੀ ਤਰਫ ਚਲ ਜਾਓ। ਤੇ ਇੱਕ ਬਾਕੀ ਦੂਸਰਾ, ਮੇਰੇ ਕੁਝ ਦੋਸਤਾਂ ਨੇ ਉੱਥੇ ਸਾਫੀ ਅਹਿਬਾਬ ਵੀ ਸੀ ਤੇ ਹੋਰ ਵੀ ਸ਼ਾਹਕੋਟ ਦੇ ਬੜੇ ਸਟੇਕ ਹੋਲਡਰ ਸੀ। ਸ਼ਾਇਦ ਉਹਨਾਂ ਨੇ ਵੀ ਇਹ ਸਵਾਲ ਕੀਤਾ ਹੋਵੇ ਕਿ ਰਾਣਾ ਮੁਹੰਮਦ ਅਰਸ਼ਦ ਸਾਹਿਬ ਤੁਸੀਂ ਕੇਸ ਤੁਸੀਂ ਇਸ ਰੀਜ਼ਨ ਨਾਲ ਇਸ ਮਿਊਨਿਸਪਲ ਕਮੇਟੀ ਦੀ ਸਦਾਰਤ ਕਰ ਰਹੇ ਹੋ, ਤੁਸੀਂ ਖਿਤਾਬ ਕਰ ਰਹੇ ਹੋ, ਮਿਊਨਿਸਪਲ ਕਮੇਟੀ ਦੇ ਮੁਲਾਜ਼ਮਾਂ ਨਾਲ ਖਿਤਾਬ ਕਰ ਰਹੇ ਹੋ, ਸਹਾਫੀਆਂ ਨਾਲ ਖਿਤਾਬ ਕਰ ਰਹੇ ਹੋ, ਤਾਜਰਾਂ ਨਾਲ ਖਿਤਾਬ ਕਰ ਰਹੇ ਹੋ, ਤੁਹਾਨੂੰ ਇਹ ਰਾਈਟਸ ਕਿਹਨੇ ਦਿੱਤੇ ਨੇ। ਉਮੀਦ ਕਰਦਾ ਕਿਸੇ ਨਾ ਕਿਸੇ ਨੇ ਸਵਾਲ ਕੀਤਾ ਹੋਏਗਾ। ਬਾਕੀ CEO ਦੇ ਅੱਗੇ ਵੀ ਪਹਿਲਾ ਇਮਤਿਹਾਨ ਇਹ ਹੈ ਕਿ ਜਿਹੜੇ ਖਾਕਰੂਬ ਨੇ, ਜਿਹੜੇ ਖਾਕਰੂਬ ਸਾਡੇ ਉੱਤੇ ਸਫੇਦ ਜਿਹੜੇ ਲੱਠਾਂ ਦੇ ਸੂਟ ਪਾ ਕੇ ਸਾਡੇ ਉੱਤੇ ਮਸਲਤ ਨੇ, ਉਹ ਟਵਾਣਾ ਮਾਫੀਆ ਹੈ, ਕੋਟਲਾ ਮਾਫੀਆ ਜਾਂ ਸ਼ਾਹਕੋਟ ਮਾਫੀਆ ਹੈ, ਉਹ ਸਾਰਿਆਂ ਨੂੰ ਆਪਣੀ ਜਿਹੜੀ ਉਸ ਪੋਜੀਸ਼ਨ ਦੇ ਉੱਤੇ ਆਉਣਾ ਚਾਹੀਦਾ ਹੈ। ਉਹ ਆਪਣੀਆਂ ਡਿਊਟੀਆਂ ਕਰਨ। ਅਗਰ ਡਿਊਟੀਆਂ ਨਹੀਂ ਕਰਦੇ ਤਾਂ ਕਿਸੇ ਮੁਫਤ ਜਿਹੜਾ ਵਾ ਉਹ ਹਰਾਮ ਦੀ ਕਮਾਈ ਜਿਹੜੀ ਆ ਕਮ ਸੇ ਕਮ ਅਸੀਂ ਨਹੀਂ ਖਾਣ ਦਿਆਂਗੇ। ਅਸੀਂ ਜਿਹੜਾ ਸਹਾਫਤ ਹੈ, ਸਹਾਫਤ ਜਿਹੜੀ ਹੈ ਇਨਸ਼ਾਅੱਲਾ ਹਕੀਕਤ ਤੇ ਜਿਹੜੀ ਮਬਨੀ ਹੈ ਉਹ ਤੁਹਾਡੇ ਅੱਗੇ ਅਸੀਂ ਲੈ ਕੇ ਆਉਂਦੇ ਰਹਾਂਗੇ। ਤੇ ਆਖਰ ਤੇ ਮੈਂ CEO ਨੂੰ ਇਹ ਕਹਾਂਗਾ ਕਿ ਤੁਸੀਂ ਮਿਊਨਿਸਪਲ ਕਮੇਟੀ ਦੇ ਵਿੱਚ ਬਹੁਤ ਸਾਰੇ ਇਕਦਾਮਾਤ ਲੈਣ ਵਾਲੇ ਨੇ ਔਰ ਤੁਹਾਡਾ ਇਮਤਿਹਾਨ ਸ਼ੁਰੂ ਹੋ ਚੁੱਕਿਆ ਹੈ। ਪਹਿਲੇ ਇਮਤਿਹਾਨ 'ਚ ਤਾਂ ਤੁਸੀਂ ਫੇਲ ਹੋ ਗਏ ਹੋ, ਤੁਸੀਂ ਸਾਰੇ ਇਖਤਿਆਰਾਤ ਤੇ ਰਾਣੇ ਅਰਸ਼ਦ ਦੇ ਅੱਗੇ ਸਰੈਂਡਰ ਕਰ ਦਿੱਤੇ। ਅੱਗੇ ਤੁਸੀਂ ਕੀ ਕਰੋਗੇ? ਮੈਂ ਪੁਰਾਣੇ ਮੇਰਾ ਦੋਸਤ ਇਹ ਅਲਫਾਜ਼ ਇਸਤੇਮਾਲ ਕਰਦਾ, ਉਹਨੇ ਕਾਪੀ ਪੇਸਟ ਹੀ ਕਰਾਂਗਾ ਕਿ ਤੁਸੀਂ ਪਾਥੀ CEO ਲੱਗ ਰਹੇ ਹੋ। ਅਗਰ ਪਾਥੀ CEO ਨਹੀਂ ਲੱਗਣਾ ਚਾਹੁੰਦੇ ਕਿ ਆਪਣੀ ਡਿਊਟੀ ਨਾਲ ਪੂਰਾ ਤੁਸੀਂ ਕੰਪਰੋਮਾਈਜ਼ ਡਿਊਟੀ ਨੂੰ ਨਹੀਂ ਕਰਨਾ ਚਾਹੁੰਦੇ, ਤੇ ਫਿਰ ਇਹਨੂੰ ਤੁਸੀਂ CEO ਦੇ ਜਿਹੜੇ ਮੁਲਾਜ਼ਮੀਨ ਨੇ ਉਹਨਾਂ ਨੂੰ ਸਟੈਂਡ ਬਾਈ ਕਰੋ। ਜਿਹੜੇ ਖਾਕਰੂਬ ਨੇ ਉਹਨਾਂ ਨੂੰ ਖਾਕਰੂਬ ਪੈਦਾ, ਉੱਥੇ ਜਿਹੜੇ ਬੰਦੇ ਸਾਰੇ ਨੇ ਉਹਨਾਂ ਨੂੰ ਲੈਣ ਹਾਜ਼ਰ ਕਰੋ। ਅਗਰ ਤੁਸੀਂ ਵੀ ਲੈਣ ਹਾਜ਼ਰ ਨਹੀਂ ਕਰ ਸਕਦੇ ਤਾਂ ਫਿਰ ਅਸੀਂ ਸਮਝਾਂਗੇ ਇੱਕ ਬਲਾ ਤੋਂ ਜਾਨ ਛੁੱਟੀ ਤੇ ਦੂਸਰੀ ਬਲਾ ਆ ਗਈ। ਆਪਣੀਆਂ ਢੇਰ ਸਾਰੀਆਂ ਦੁਆਵਾਂ ਵਿੱਚ ਮੈਨੂੰ ਯਾਦ ਰੱਖਿਆ ਜੀ। ਅੱਲਾ ਹਾਫਿਜ਼।